गुड मॉर्निंग स्टूडेंट्स। सो सैक्शन डी ਦੇ ਵਿੱਚ ਆਪਣੇ ਕੋਲ ਨੈਕਸਟ ਚੈਪਟਰ ਹੈ ਜੀ ਟ੍ਰੇਡ ਸਾਈਕਲਸ ਦੇ ਉੱਤੇ। ਠੀਕ ਹੈ, ਟ੍ਰੇਡ ਸਾਈਕਲ ਨੂੰ ਬਿਜ਼ਨਸ ਸਾਈਕਲ ਹੈ ਉਹ ਵੀ ਕਿਹਾ ਜਾਂਦਾ ਹੈ। ਬਿਜ਼ਨਸ ਸਾਈਕਲਸ, ਬੂਮ, ਡਿਪਰੈਸ਼ਨ, ਰਿਸੈਸ਼ਨ, ਇਹ ਸਾਰੇ ਟ੍ਰੇਡ ਸਾਈਕਲਸ ਹੁੰਦੇ ਨੇ। ਹਰੇਕ ਕੰਟਰੀ ਦੇ ਕੋਲ ਚੰਗਾ ਸਮਾਂ ਤੇ ਮਾੜਾ ਸਮਾਂ ਆਉਂਦਾ ਹੈ। ਡਿਪਰੈਸ਼ਨ ਦੇ ਵਿੱਚ ਕੀ ਹੁੰਦਾ ਹੈ? ਪ੍ਰੋਡਕਸ਼ਨ ਘਟ ਰਹੀ ਹੈ, ਪ੍ਰਾਈਸਿਸ ਘਟ ਰਹੇ ਨੇ, ਬੇਰੁਜ਼ਗਾਰੀ ਵੱਧ ਰਹੀ ਹੈ। ਬੂਮ ਦੇ ਵਿੱਚ ਪ੍ਰੋਡਕਸ਼ਨ ਵਧੂਗੀ, ਪ੍ਰਾਈਸਿਸ ਵਧਣਗੇ, ਇੰਪਲੋਇਮੈਂਟ ਵਧੂਗੀ। ਇਹ ਚੇਂਜਸ ਨੇ ਬੂਮ ਤੇ ਡਿਪਰੈਸ਼ਨ ਦੇ, ਸਾਈਕਲਿਕ ਨੇ ਨੇਚਰ, ਇੱਕ ਆਊਗੀ ਦੂਜੀ ਚਲੀ ਜਾਊਗੀ। ਸੋ ਥੀਸ ਆਰ ਕਾਲਡ ਟ੍ਰੇਡ ਔਰ ਬਿਜ਼ਨਸ ਸਾਈਕਲ। Rhythmic fluctuations taking place in an economy at intervals in the form of boom and depression are called trade or business cycles. Rhythmic fluctuations ਜਿਹੜੀਆਂ ਕਿਸੇ ਇਕੋਨਮੀ ਦੇ ਵਿੱਚ ਇੰਟਰਵਲਸ ਦੇ ਵਿੱਚ ਹੁੰਦੀਆਂ ਨੇ ਤੇ ਬੂਮ ਤੇ ਡਿਪਰੈਸ਼ਨ ਦੇ ਟਰਮ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਟ੍ਰੇਡ ਔਰ ਬਿਜ਼ਨਸ ਸਾਈਕਲਸ ਕਹਿੰਦੇ ਹਾਂ। ਨੈਕਸਟ ਹੈ ਟਾਈਪ, ਇਹ ਸ਼ਾਰਟ ਵਿੱਚ ਆ ਸਕਦੇ ਨੇ ਬੇਟਾ। ਮੇਜਰ ਸਾਈਕਲ 8 ਤੋਂ 12 ਸਾਲ ਦੇ, ਇਹਨਾਂ ਨੂੰ ਸਭ ਤੋਂ ਪਹਿਲਾਂ ਫ੍ਰੈਂਚ ਇਕੋਨਮਿਸਟ ਜਗਲਰ ਨੇ ਐਕਸਪਲੇਨ ਕੀਤਾ ਸੀ, ਇਸ ਲਈ ਇਹਨਾਂ ਨੂੰ ਜਗਲਰ ਸਾਈਕਲਸ ਕਹਿੰਦੇ ਹਾਂ। ਉਸ ਤੋਂ ਬਾਅਦ ਆ ਜਾਂਦੇ ਨੇ ਜੀ ਮਾਈਨਰ ਸਾਈਕਲ 2 ਤੋਂ 5 ਸਾਲਾਂ ਦੀ। ਸਭ ਤੋਂ ਪਹਿਲਾਂ ਇਹਨਾਂ ਨੂੰ ਕਿਚਨ ਨੇ ਐਕਸਪਲੇਨ ਕੀਤਾ ਸੀ, ਇਸ ਲਈ ਇਹਨਾਂ ਨੂੰ ਕਿਚਨ ਸਾਈਕਲਸ ਕਿਹਾ ਜਾਂਦਾ ਹੈ। ਇੱਕ ਮੇਜਰ ਸਾਈਕਲ 'ਚ ਕਾਫੀ ਸਾਰੇ ਮਾਈਨਰ ਸਾਈਕਲਸ ਇਨਕਲੂਡ ਹੁੰਦੇ ਨੇ। ਨੈਕਸਟ ਆ ਗਏ ਵੈਰੀ ਲੌਂਗ ਸਾਈਕਲਸ। ਵੈਰੀ ਲੌਂਗ ਸਾਈਕਲਸ ਜਿਹੜੇ 50 ਤੋਂ 60 ਸਾਲਾਂ ਤੱਕ ਦੇ ਹੋਣ। ਕੌਂਡਰਾਟਿਵ ਰਸ਼ੀਅਨ ਇਕੋਨੋਮਿਸਟ ਸੀ, ਉਹਨਾਂ ਨੇ ਇਹਨੂੰ ਐਕਸਪਲੇਨ ਕੀਤਾ ਸੀ, ਇਸ ਲਈ ਇਹਨਾਂ ਨੂੰ ਕੌਂਡਰਾਟਿਵ ਸਾਈਕਲਸ ਵੀ ਕਿਹਾ ਜਾਂਦਾ ਹੈ। ਵੈਰੀ ਲੌਂਗ ਸਾਈਕਲ ਹੈ, ਉਹਦੇ ਵਿੱਚ ਮੇਜਰ ਤੇ ਮਾਈਨਰ ਕਾਫੀ ਸਾਈਕਲਸ ਇਨਕਲੂਡ ਹੋ ਜਾਂਦੇ ਨੇ। ਸੋ ਇਹਦੇ ਵਿੱਚੋਂ ਬੇਸਿਕਲੀ ਇੱਕੋ ਹੀ ਕੁਐਸਚਨ ਬਣਦਾ ਹੈ, ਫੇਜ਼ਿਸ ਆਫ ਟ੍ਰੇਡ ਸਾਈਕਲ। ਠੀਕ ਹੈ, ਬਹੁਤ ਈਜ਼ੀ ਚੈਪਟਰ ਹੈ, ਬਹੁਤ ਈਜ਼ੀ ਕੁਐਸਚਨ ਹੈ। 4 ਫੇਜ਼ਿਸ ਨੇ ਜੀ। ਬੂਮ ਆਉਂਦਾ ਹੈ, ਰਿਸੈਸ਼ਨ ਆਉਂਦਾ ਹੈ, ਡਿਪਰੈਸ਼ਨ ਆਉਂਦਾ ਹੈ, ਰਿਕਵਰੀ ਆਉਂਦਾ ਹੈ। ਬੂਮ ਥੋੜਾ ਜਿਹਾ ਨੀਚੇ ਜਾਣਾ ਸ਼ੁਰੂ ਹੋ ਗਏ, ਰਿਸੈਸ਼ਨ ਬਿਲਕੁਲ ਨੀਚੇ ਚਲੇ ਗਏ, ਡਿਪਰੈਸ਼ਨ ਦਵਾਈ ਲਿੱਤੀ, ਹੌਲੀ ਹੌਲੀ ਰਿਕਵਰ ਕਰਨਾ ਸ਼ੁਰੂ ਹੋਏ, ਬੂਮ। ਬੂਮ ਤੋਂ ਦਿਸ ਇਜ਼ ਆ ਤੁਹਾਡੀ ਗਰੋਥ ਲਾਈਨ ਹੈ। ਠੀਕ ਹੈ, ਇਹਨਾਂ ਨੂੰ ਅਸੀਂ ਇਹਨੂੰ ਉਚਾਈ ਨੂੰ ਅਸੀਂ ਪੀਕ ਕਹਿੰਦੇ ਹਾਂ। ਠੀਕ ਹੈ, ਆਹ ਕੀ ਹੋ ਗਈ? ਟਰਫ, ਥੱਲੇ ਦੀ ਜਗ੍ਹਾ। ਠੀਕ ਹੈ, ਬੂਮ ਬੈਸਟ ਸਟੇਜ ਆਫ ਪ੍ਰੋਸਪੈਰਿਟੀ ਹੁੰਦੀ ਹੈ। ਓਬਜੈਕਟਿਵ ਕੀ ਹੁੰਦਾ ਹਰੇਕ ਕੰਟਰੀ ਦਾ? ਇਕਨੋਮਿਕ ਪਾਲਿਸੀ ਕੀ ਹੁੰਦੀ ਹੈ ਕਿ ਪ੍ਰੋਫਿਟਸ ਨੂੰ ਵਧਾਇਆ ਜਾਵੇ, ਇਕਨੋਮਿਕ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਤਾਂ ਕਿ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਆਪਟੀਮਲੀ ਯੂਟੀਲਾਈਜ਼ ਕੀਤਾ ਜਾਵੇ। ਸੋ ਕੀ ਹੁੰਦਾ ਹੈ ਬੂਮ ਕਦੋਂ ਹੁੰਦਾ ਹੈ? ਕਿਸ ਪੀਰੀਅਡ ਨੂੰ ਅਸੀਂ ਬੂਮ ਕਹਿੰਦੇ ਹਾਂ? ਜਦੋਂ ਪ੍ਰੋਡਕਸ਼ਨ ਮੈਕਸੀਮਮ ਹੈ, ਇਕੋਨਮੀ ਫੁੱਲ ਇੰਪਲੋਇਮੈਂਟ 'ਤੇ ਆ ਗਈ, ਬੇਰੁਜ਼ਗਾਰੀ ਖਤਮ ਹੋ ਗਈ, ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ, ਵੇਜਿਸ, ਰੇਟ ਆਫ ਇੰਟਰਸਟ, ਰੈਂਟ, ਟੈਕਸਿਸ ਇਨਕਰੀਜ਼ ਹੋ ਰਹੇ ਨੇ। ਜਦੋਂ ਪ੍ਰਾਈਸਿਸ ਇਨਕਰੀਜ਼ ਹੋ ਰਹੇ ਨੇ, ਕਾਸਟ ਆਫ ਪ੍ਰੋਡਕਸ਼ਨ ਵੀ ਵੱਧ ਰਹੀ ਹੈ, ਪ੍ਰੋਫਿਟਸ ਵੀ ਵੱਧ ਰਹੇ ਨੇ। ਪ੍ਰੋਫਿਟਸ ਵੱਧ ਰਹੇ ਨੇ, ਇਸ ਕਰਕੇ ਪ੍ਰਾਈਸਿਸ ਆਫ ਸ਼ੇਅਰਸ ਵੀ ਵੱਧ ਰਹੇ ਨੇ, ਇਸ ਕਰਕੇ ਐਕਸਪੈਕਟੇਸ਼ਨ ਆਫ ਪ੍ਰੋਫਿਟ ਵੱਧ ਰਹੀ ਹੈ। ਟ੍ਰੇਡਰ ਐਂਟਰਪ੍ਰੀਨਰਸ ਆਪਟੀਮਿਸਟ ਹੋ ਗਏ ਨੇ, ਸਾਰੀਆਂ ਪ੍ਰੋਡਕਟਿਵ ਸਪੈਕੂਲੇਟਿਵ ਐਕਟੀਵਿਟੀਜ਼ ਵੱਧ ਗਈਆਂ ਨੇ, ਇਸ ਕਰਕੇ ਇਨਵੈਸਟਮੈਂਟ ਵੱਧ ਗਈ ਹੈ। ਬੈਂਕਸ ਨੇ ਲਿਬਰਲ ਕ੍ਰੈਡਿਟ ਪਾਲਿਸੀ ਹੈ ਉਹ ਅਡਾਪਟ ਕੀਤੀ ਹੈ, ਜਿਹਦੇ ਕਰਕੇ ਉਹ ਮੋਰ ਇਨਵੈਸਟਮੈਂਟ ਇਨ ਮਸ਼ੀਨ, ਫੈਕਟਰੀ, ਬਿਲਡਿੰਗਸ ਕਰਦੇ ਨੇ ਤਾਂ ਕਿ ਪ੍ਰੋਡਕਟੀਵਿਟੀ ਇਨਹੈਂਸ ਹੋ ਸਕੇ। ਪ੍ਰੋਡਿਊਸਰਸ ਨੇ ਆਪਣੀ ਇਕਨੋਮਿਕ ਐਕਟੀਵਿਟੀਜ਼ ਨੂੰ ਐਕਸਪੈਂਡ ਕਰਦੇ ਨੇ ਤਾਂ ਕਿ ਕੰਜ਼ੰਪਸ਼ਨ ਗੁੱਡਸ ਦੀ ਡਿਮਾਂਡ ਹੈ ਉਹ ਸਟਿਮੂਲੇਟ ਹੋ ਸਕੇ। ਅੰਡਰ ਕੰਡੀਸ਼ਨ ਆਫ ਪ੍ਰੋਸਪੈਰਿਟੀ ਐਕਸਪੈਂਸ਼ਨ ਕੰਟੀਨਿਊਸ ਟੂ ਬੀ ਕਿਊਮੂਲੇਟਿਵ। ਜਦੋਂ ਪ੍ਰੋਸਪੈਰਿਟੀ ਦੀ ਕੰਡੀਸ਼ਨ ਹੁੰਦੀ ਹੈ ਉਸ ਟਾਈਮ ਦੇ ਉੱਤੇ ਜਿਹੜੀ ਐਕਸਪੈਂਸ਼ਨ ਹੈ ਕਿਊਮੂਲੇਟਿਵ ਦਾ ਹੁੰਦਾ ਐਡ ਔਨ ਹੋਊਗਾ। ਕੋਈ ਚੀਜ਼ 4 ਹੈ, 6, 7 ਹੈ ਨਾ, ਕਿਊਮੂਲੇਟਿਵ ਹੁੰਦਾ 4, 4 ਤੇ 6, 10, 10 ਤੇ 7, 17। ਇਹ ਹੁੰਦੀ ਹੈ ਕਿਊਮੂਲੇਟਿਵ। ਵਧਣੀ ਸ਼ੁਰੂ ਹੋ ਜਾਂਦੀ ਹੈ, ਹਾਈਐਸਟ ਲੈਵਲ ਆਫ ਪ੍ਰੋਡਕਸ਼ਨ 'ਤੇ ਚੱਲ ਜਾਂਦੇ, ਜਿਹਨੂੰ ਅਸੀਂ ਬੂਮ ਕਹਿੰਦੇ ਹਾਂ। ਇਹ ਓਵਰ ਫੁੱਲ ਇੰਪਲੋਇਮੈਂਟ ਤੇ ਇਨਫਲੇਸ਼ਨ ਦੀ ਸਿਚੁਏਸ਼ਨ ਹੁੰਦੀ ਹੈ। ਨੈਕਸਟ ਰਿਸੈਸ਼ਨ, ਜਦੋਂ ਪ੍ਰੋਸਪੈਰਿਟੀ 'ਚ ਐਂਟਰਪ੍ਰੀਨਿਓਰਸ ਇਨਵੈਸਟਮੈਂਟ ਇਹੋ ਜਿਹੇ ਕਈ ਵਾਰ ਵੈਂਚਰਸ ਵੀ ਕਰ ਜਾਂਦੇ ਨੇ ਜਿੱਥੇ ਪ੍ਰੋਫਿਟ ਨਹੀਂ ਹੁੰਦਾ, ਜਿਹਦੇ ਕਰਕੇ ਆਪਟੀਮਿਜ਼ਮ ਪੈਸਿਮਿਜ਼ਮ 'ਚ ਬਦਲ ਜਾਂਦਾ ਹੈ। ਇਨਵੈਸਟਮੈਂਟ ਘਟਣੀ ਸ਼ੁਰੂ ਹੋ ਜਾਂਦੀ ਹੈ, ਫੈਕਟਰੀਆਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬੇਰੁਜ਼ਗਾਰੀ ਆ ਜਾਂਦੀ ਹੈ, ਇਨਕਮ ਫਾਲ ਕਰ ਜਾਂਦੀ ਹੈ। ਫੁੱਲ ਇੰਪਲੋਇਮੈਂਟ ਦੀ ਸਟੇਜ ਤੋਂ ਅਸੀਂ ਅੱਗੇ ਨਿਕਲ ਜਾਂਦੇ ਹਾਂ। ਇੰਟਰਸਟ, ਵੇਜਿਸ, ਅਦਰ ਕਾਸਟ ਵਧਣੀਆਂ ਸ਼ੁਰੂ ਹੋ ਜਾਂਦੀਆਂ, ਪ੍ਰਾਈਸਿਸ ਬਹੁਤ ਵੱਧਦੇ ਨੇ ਪਰ ਡਿਮਾਂਡ ਫਾਲ ਕਰਦੀ ਹੈ। ਡਿਮਾਂਡ ਫਾਲ ਕਰੂਗੀ ਇਟ ਮੀਨਸ ਘੱਟ ਪ੍ਰਾਈਸਿਸ 'ਤੇ ਵੇਚਣਾ ਪਊਗਾ, ਘੱਟ ਪ੍ਰਾਈਸਿਸ ਮਤਲਬ ਘੱਟ ਪ੍ਰੋਫਿਟ। ਰਿਸੈਸ਼ਨ 'ਚ ਆ ਜਾਂਦੇ ਹਾਂ। ਸੋ ਰਿਸੈਸ਼ਨ 'ਚ ਕੀ ਹੁੰਦਾ ਐਕਚੁਅਲੀ? ਇਨਕਮ ਆਊਟਪੁੱਟ ਘੱਟ ਗਈ, ਬੇਰੁਜ਼ਗਾਰੀ ਵੱਧ ਗਈ, ਪ੍ਰਾਈਸਿਸ ਘੱਟ ਗਏ, ਵੇਜਿਸ ਘੱਟ ਗਿਆ, ਪ੍ਰੋਫਿਟਸ ਘੱਟ ਗਏ, ਬੈਂਕ ਕ੍ਰੈਡਿਟ ਘੱਟ ਗਿਆ, ਫਾਲਨ ਇਨਵੈਸਟਮੈਂਟ ਦੇ ਨਾਲ ਜਿਹੜਾ ਹੈ ਡਿਕਲਾਈਨ ਇਨਵੈਸਟਮੈਂਟ ਆ ਜਾਂਦੀ ਹੈ, ਡਿਮਾਂਡ ਘੱਟ ਜਾਂਦੀ ਹੈ ਗੁੱਡਸ ਦੀ, ਸਟਾਕ ਆਫ ਗੁੱਡਸ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦੇ ਮਨਾਂ ਵਿੱਚ ਡਾਊਟ ਤੇ ਫੀਅਰ ਆ ਜਾਂਦਾ ਹੈ, ਉਹ ਪੈਸੀਮਿਸਟਿਕ ਹੋ ਜਾਂਦੇ ਨੇ ਤੇ ਸ਼ੇਅਰ ਪ੍ਰਾਈਸਿਸ ਫਾਲ ਕਰ ਜਾਂਦੇ ਨੇ। ਨੈਕਸਟ ਰਿਸੈਸ਼ਨ ਤੋਂ ਬਾਅਦ ਡਿਪਰੈਸ਼ਨ ਆਉਣਾ ਹੀ ਆਉਣਾ ਹੈ। ਜਦੋਂ ਇੱਕ ਵਾਰੀ ਰਿਸੈਸ਼ਨ ਸਟਾਰਟ ਹੋ ਗਿਆ, ਉਹਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਇਹ ਆਪਣੀ ਸਪੀਡ ਫੜ ਲੈਂਦਾ ਹੈ। ਹੋਪਲੈਸ ਡਿਪਰੈਸ਼ਨ 'ਚ ਅਸੀਂ ਚਲੇ ਜਾਂਦੇ ਹਾਂ। ਇਕਨੋਮਿਕ ਐਕਟੀਵਿਟੀਜ਼ ਘੱਟ ਜਾਂਦੀਆਂ ਨੇ, ਆਊਟਪੁੱਟ ਇੰਪਲੋਇਮੈਂਟ ਬਹੁਤ ਘੱਟ ਜਾਂਦਾ ਹੈ, ਪ੍ਰਾਈਸਿਸ
ਦੇ ਵਿੱਚ ਹੈਵੀ ਫਾਲ ਆ ਜਾਂਦੀ ਹੈ, ਵੇਜਸ ਫਾਲ ਕਰ ਜਾਂਦੀਆਂ, ਪ੍ਰਾਈਸਿਸ ਫਾਲ ਕਰ ਜਾਂਦੇ ਨੇ, ਹੈਵੀ ਲਾਸਿਸ ਹੁੰਦੇ ਨੇ, ਵਰਕਰਸ ਐਡਵਰਸਲੀ ਅਫੈਕਟ ਹੁੰਦੇ ਨੇ, ਵਾਈਡ ਸਪਰੈਡ ਬੇਰੁਜ਼ਗਾਰੀ ਆ ਜਾਂਦੀ ਹੈ, ਪ੍ਰੋਡਕਸ਼ਨ ਡਿਸਟਰੀਬਿਊਸ਼ਨ ਆਊਟ ਆਫ ਗੇਅਰ ਹੋ ਜਾਂਦੀ ਹੈ, ਹੈਵੀ ਫਾਲ ਇਨ ਪ੍ਰੋਫਿਟਸ ਆਨ ਕਰਕੇ ਨਵੀਂ ਇਨਵੈਸਟਮੈਂਟ ਲੋਕੀ ਨਹੀਂ ਕਰਦੇ, ਰੇਟ ਆਫ ਇੰਟਰਸਟ ਫਾਲ ਕਰਦਾ ਹੈ ਪਰ ਇਨਵੈਸਟਮੈਂਟ ਨਹੀਂ ਵੱਧ ਰਹੀ ਕਿਉਂਕਿ ਇਨਵੈਸਟਮੈਂਟ ਤੋਂ ਸਾਨੂੰ MEC ਰੇਟ ਆਫ ਪ੍ਰੋਫਿਟ ਆ ਨਹੀਂ ਰਿਹਾ। ਸੋ ਅੰਡਰ ਡਿਪਰੈਸ਼ਨ ਪ੍ਰਾਈਸ ਆਫ ਰॉ ਮਟੀਰੀਅਲ ਫਾਲ ਕਰ ਜਾਂਦੇ ਨੇ, ਦੈਨ ਦ ਪ੍ਰਾਈਸ ਆਫ ਫਿਨਿਸ਼ ਪ੍ਰੋਡਕਟ, ਫਾਰਮਰ ਪ੍ਰੋਡਿਊਸਰ ਸਭ ਦੇ ਰॉ ਮਟੀਰੀਅਲ ਨੇ ਜਿਹੜੇ ਖਰਾਬ ਚਲੇ ਜਾਂਦੇ ਨੇ, ਰਿਵਰਸ ਐਕਸ਼ਨ ਆ ਜਾਂਦਾ ਹੈ ਮਲਟੀਪਲਾਇਰ ਦਾ ਅਤੇ ਐਕਸੀਲਰੇਟਰ ਦਾ, ਇਨਕਮ ਫਾਲ ਕਰਦੀ ਹੈ, ਸ਼ੇਅਰ ਪ੍ਰਾਈਸਿਸ ਫਾਲ ਕਰਦੇ ਨੇ, ਇੰਡਸਟਰੀਜ਼ ਰਿਊਨ ਹੋ ਜਾਂਦੀਆਂ ਨੇ, ਸਾਰੀ ਇਕੋਨਮੀ ਨੂੰ ਅਫੈਕਟ ਕਰਦਾ ਹੈ। ਸੋ ਇਨ ਸ਼ਾਰਟ ਡਿਪਰੈਸ਼ਨ ਦੇ ਟਾਈਮ ਦੇ ਵਿੱਚ ਇਨਕਮ, ਆਊਟਪੁੱਟ, ਇੰਪਲੋਇਮੈਂਟ, ਪ੍ਰਾਈਸ, ਪ੍ਰੋਫਿਟ, ਇੰਟਰਸਟ, ਵੇਜਸ, ਡਿਮਾਂਡ ਸਭ ਘਟਨੇ ਸ਼ੁਰੂ ਹੋ ਜਾਂਦੇ ਨੇ। ਦੇਖੋ ਜੀ ਆਊਟਪੁੱਟ ਘਟ ਗਈ, ਇਨਕਮ ਘਟ ਗਈ, ਅਨਇੰਪਲੋਇਮੈਂਟ, ਬੇਰੁਜ਼ਗਾਰੀ, ਕਾਸਟ, ਪ੍ਰਾਈਸਿਸ, ਪ੍ਰੋਫਿਟ, ਕੈਸ਼ ਰਿਜ਼ਰਵ ਬੈਂਕਾਂ 'ਤੇ ਵਧਣਾ ਸ਼ੁਰੂ ਹੋ ਜਾਂਦਾ ਹੈ, ਡਿਮਾਂਡ ਫॉर ਲੋਕੀ ਬੈਂਕਾਂ ਤੋਂ ਪੈਸੇ ਉਧਾਰ ਹੀ ਨਹੀਂ ਲੈਂਦੇ, ਓਲਡ ਵਰਨ ਆਊਟ ਮਸ਼ੀਨਾਂ ਨੇ ਜਿਹੜੀਆਂ ਰਿਪਲੇਸ ਨਹੀਂ ਕੀਤਾ ਜਾ ਸਕਦਾ, ਡਿਮਾਂਡ ਫॉर ਘਟ ਜਾਂਦੀ, ਆਲ ਔਨ ਡਿਕਲਾਈਨ ਆ ਗਿਆ ਅਤੇ ਲੋਕੀ ਪੈਸੀਮਿਸਟਿਕ ਹੋ ਗਏ ਅਤੇ ਐਡਵਰਸਲੀ ਅਫੈਕਟ ਹੋ ਗਏ। ਪਰ ਡਿਪਰੈਸ਼ਨ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ। ਇੰਟਰਪ੍ਰੈਨਿਓਰਸ ਡੂ ਨਾਟ ਇਵਨ ਰਿਪਲੇਸ ਮਸ਼ੀਨਸ, ਠੀਕ ਹੈ, ਪ੍ਰੋਡਕਸ਼ਨ ਫਾਲ ਕਰਦੀ ਹੈ ਕੰਸੀਡਰੇਬਲੀ, ਸਟਾਕ ਆਫ ਗੁੱਡਸ ਘੱਟ ਨੇ ਪਰ ਹੌਲੀ ਹੌਲੀ ਸ਼ਾਰਟੇਜ ਆਫ ਗੁੱਡਸ ਆਉਣੀ ਸ਼ੁਰੂ ਹੋ ਜਾਂਦੀ ਹੈ, ਰਿਪਲੇਸਮੈਂਟ ਜ਼ਰੂਰੀ ਹੋ ਜਾਂਦੀ ਹੈ, ਠੀਕ ਹੈ। ਇਟ ਰਿਜ਼ਲਟਸ ਇਨਟੂ ਮੋਰ ਡਿਮਾਂਡ ਫॉर ਕੈਪੀਟਲ ਗੁੱਡਸ, ਜਦੋਂ ਇਨਵੈਸਟਮੈਂਟ ਹੋਊਗੀ ਤਾਂ ਆਪਣੇ ਆਪ ਮਲਟੀਪਲਾਇਰ ਆਊਗਾ ਮਤਲਬ ਇਨਕਮ ਵਧੂਗੀ, ਡਿਮਾਂਡ ਵਧੂਗੀ, ਆਊਟਪੁੱਟ, ਇੰਪਲੋਇਮੈਂਟ ਵਧਣਗੇ, ਇਕੋਨਮੀ ਹੌਲੀ ਹੌਲੀ ਡਿਪਰੈਸ਼ਨ ਤੋਂ ਰਿਕਵਰੀ ਦੀ ਸਟੇਜ ਦੇ ਵਿੱਚ ਜਾਣਾ ਸ਼ੁਰੂ ਕਰ ਦੂਗੀ। ਤਾਂ ਰਿਕਵਰੀ 'ਚ ਕੀ ਹੋ ਰਿਹਾ ਹੈ? ਸਭ ਤੋਂ ਪਹਿਲਾਂ ਤਾਂ ਰਿਪਲੇਸਮੈਂਟ ਇਨਵੈਸਟਮੈਂਟ ਹੋਊਗੀ, ਇੰਪਲੋਇਮੈਂਟ ਵਧੂਗੀ, ਡਿਮਾਂਡ ਫॉर ਕੰਜ਼ੰਪਸ਼ਨ ਅਤੇ ਪ੍ਰੋਡਕਸ਼ਨ ਗੁੱਡਸ ਵਧੂਗੀ, ਪ੍ਰਾਈਸਿਸ ਵਧਣਗੇ, ਪ੍ਰੋਫਿਟਸ ਵਧਣਗੇ, ਕਾਸਟ ਘਟਣਗੀਆਂ, ਇਨਵੈਸਟਮੈਂਟ ਵਧੂਗੀ, ਡਿਮਾਂਡ ਫॉर ਲੋਨਸ ਵਧੂਗੀ, ਪੈਸੀਮਿਜ਼ਮ ਆਪਟੀਮਿਜ਼ਮ ਦਾ ਪਲੇਸ ਲੈ ਲੂਗਾ, ਠੀਕ ਹੈ ਜੀ। ਸੋ ਤਕਰੀਬਨ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਆਉਂਦਾ ਹੈ ਉਹ ਪੇਪਰ ਆਉਂਦਾ ਹੈ ਐਕਸਪਲੇਨ ਵੇਰੀਅਸ ਫੇਜ਼ਸ ਆਫ ਟ੍ਰੇਡ ਸਾਈਕਲ। ਸੋ ਯੂ ਹੈਵ ਟੂ ਗਿਵ ਦਿਸ ਟਾਈਪ ਐਂਡ ਦਿਸ ਟੇਬਲ ਐਂਡ ਕਨਕਲੂਡ, ਠੀਕ ਹੈ ਜੀ। ਮੈਜਰਸ ਟੂ ਕੰਟਰੋਲ ਟ੍ਰੇਡ ਸਾਈਕਲਸ ਹੈ ਜਿਹੜਾ ਇਹ ਬਹੁਤ ਹੀ ਰੇਅਰ ਆਉਂਦਾ, ਮੈਂ ਕਰਵਾ ਦਿੰਦੀ ਹਾਂ, ਸਿਰਫ 5% ਚਾਂਸ ਹੈ ਕਿ ਮੈਜਰਸ ਟੂ ਕੰਟਰੋਲ ਦੇ ਉੱਤੇ ਕੁਐਸਚਨ ਆਉਂਦਾ। ਜਦੋਂ ਵੀ ਪੇਪਰ 'ਚ ਕੁਐਸਚਨ ਆਉਂਦਾ ਹੈ ਫੇਜ਼ਸ, ਟਾਈਪਸ, ਫੇਜ਼ਸ ਦੇ ਉੱਤੇ ਹੀ ਕੁਐਸਚਨ ਆਇਆ ਹੈ, ਠੀਕ ਹੈ। ਮੈਜਰਸ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਟ੍ਰੇਡ ਸਾਈਕਲਸ ਨੂੰ ਰੋਕ ਸਕਦੇ ਹਾਂ। ਫਸਟ ਹੈ ਜੀ ਮੋਨੇਟਰੀ ਪੋਲਿਸੀ ਕੀ ਕਰਦੀ ਹੈ? ਰੈਗੂਲੇਟ ਐਂਡ ਕੰਟਰੋਲ ਕਰਦੀ ਹੈ ਕਿਹਨੂੰ? ਫਲੋ ਆਫ ਕ੍ਰੈਡਿਟ ਨੂੰ ਅਤੇ ਸਪਲਾਈ ਆਫ ਮਨੀ ਨੂੰ ਅਤੇ ਰੇਟ ਆਫ ਇੰਟਰਸਟ। ਮਤਲਬ ਸਰਕਾਰ ਇਹੋ ਜਿਹੀ ਮਨੀ ਦੀ ਪੋਲਿਸੀ ਲਗਾਉਂਦੀ ਹੈ ਕਿ ਕ੍ਰੈਡਿਟ ਘਟਾ ਵਧਾ ਸਕੇ, ਮਨੀ ਦੀ ਸਪਲਾਈ ਘਟਾ ਵਧਾ ਸਕੇ ਅਤੇ ਰੇਟ ਆਫ ਇੰਟਰਸਟ ਨੂੰ ਘਟਾਇਆ ਵਧਾਇਆ ਜਾ ਸਕੇ। ਸੋ ਮੋਨੇਟਰੀ ਇੰਸਟਰੂਮੈਂਟਸ ਨੇ ਜਿਹੜੇ ਉਹ ਯੂਜ਼ ਕੀਤੇ ਜਾਂਦੇ ਨੇ ਤਾਂ ਕਿ ਫਲੋ ਆਫ ਕ੍ਰੈਡਿਟ ਨੂੰ ਸਟਿਮੂਲੇਟ ਕੀਤਾ ਜਾ ਸਕੇ ਅਤੇ ਇਹਨੂੰ ਰੋਕਿਆ ਵੀ ਜਾ ਸਕੇ। ਇਨਫਲੇਸ਼ਨ ਦੇ ਟਾਈਮ ਦੇ ਉੱਤੇ ਕ੍ਰੈਡਿਟ ਹੈ ਜਿਹੜਾ ਉਹ ਘੱਟ ਹੋਣਾ ਚਾਹੀਦਾ ਹੈ। ਅਕੋਰਡਿੰਗਲੀ ਸਰਕਾਰ ਡੀਅਰ ਮੋਨੇਟਰੀ ਪੋਲਿਸੀ ਇੰਪਲੋਏ ਕਰਦੀ ਹੈ। ਕੀ ਏਮ ਹੁੰਦਾ ਹੈ? ਰੇਟ ਆਫ ਇੰਟਰਸਟ ਵਧਾਓ, ਗਵਰਨਮੈਂਟ ਸਿਕਿਉਰਿਟੀਜ਼ ਨੇ ਉਹਨਾਂ ਨੂੰ ਉੱਪਰ ਮਾਰਕੀਟ 'ਚ ਵੇਚੋ, ਲਿਕੁਇਡਿਟੀ ਰੇਸ਼ੋ ਵੀ ਵਧਾ ਦਿਓ, CRR ਵੀ ਵਧਾ ਦਿਓ, ਮਾਰਜਿਨ ਵੀ ਵਧਾ ਦਿਓ, ਬੈਂਕਸ ਨੂੰ ਕਹੋ ਕਿ ਘੱਟ ਤੋਂ ਘੱਟ ਕ੍ਰੈਡਿਟ ਹੈ ਜਿਹੜਾ ਉਹ ਲੋਕਾਂ ਨੂੰ ਅਵੇਲੇਬਲ ਕਰਵਾਓ। ਸੋ ਡਿਊਰਿੰਗ ਡਿਪਰੈਸ਼ਨ ਇਹ ਸਾਰੀਆਂ ਚੀਜ਼ਾਂ ਉਲਟੀਆਂ ਕਰ ਦੇਣੀਆਂ ਨੇ। ਰੇਟ ਆਫ ਇੰਟਰਸਟ ਨੂੰ ਘਟਾ ਲਓ, ਗਵਰਨਮੈਂਟ ਸਿਕਿਉਰਿਟੀਜ਼ ਨੂੰ ਪਰਚੇਜ਼ ਕਰ ਲਓ, CRR SLR ਦੀਆਂ ਰੇਸ਼ੋਜ਼ ਨੂੰ ਰਿਡਿਊਸ ਕਰਾ ਦਿਓ, ਮਾਰਜਿਨ ਵੀ ਘਟਾ ਦਿਓ ਅਤੇ ਬੈਂਕਾਂ ਨੂੰ ਕੀ ਕਹੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪੈਸੇ ਦਿਓ। ਫਿਸਕਲ ਪਾਲਿਸੀ ਸਰਕਾਰ ਦੀ ਪਾਲਿਸੀ ਜੋ ਸਰਕਾਰ ਦੇ ਇਨਕਮ ਅਤੇ ਐਕਸਪੈਂਡੀਚਰ ਦੀ ਪਾਲਿਸੀ ਹੁੰਦੀ ਹੈ। ਗਵਰਨਮੈਂਟ ਕੀ ਕਰਦੀ ਹੈ? ਅਕਰੈਂਸ ਆਫ ਟ੍ਰੇਡ ਸਾਈਕਲ ਨੂੰ ਫਿਸਕਲ ਪਾਲਿਸੀ ਦੇ ਨਾਲ ਕੀ ਕਰ ਸਕਦੀ ਹੈ? ਕੰਟਰੋਲ ਕਰ ਸਕਦੀ ਹੈ। ਫਿਸਕਲ ਪਾਲਿਸੀ ਮੀਨਸ ਰੈਵਨਿਊ ਐਂਡ ਐਕਸਪੈਂਡੀਚਰ ਪਾਲਿਸੀ ਆਫ ਦੀ ਗਵਰਨਮੈਂਟ। ਸੋ ਸਰਕਾਰ ਨੇ ਦੇਖਣਾ ਹੈ ਕਦੋਂ ਉਹਨੇ ਆਪਣਾ ਪੈਸੇ ਅਤੇ ਆਪਣੇ ਇਨਕਮ ਦੇ ਉੱਤੇ ਕੌਨਸਨਟਰੇਟ ਕਰਨਾ ਹੈ, ਕਦੋਂ ਕੰਜ਼ੰਪਸ਼ਨ ਦੇ ਐਕਸਪੈਂਡੀਚਰ ਦੇ ਉੱਤੇ ਕੌਨਸਨਟਰੇਟ ਕਰਨਾ ਹੈ। ਸੋ ਫਿਸਕਲ ਇੰਸਟਰੂਮੈਂਟਸ ਨੇ, ਫਸਟ ਹੈ ਜੀ ਬਿਲਟ ਇਨ ਸਟੈਬਲਾਈਜ਼ਰ, ਦੂਸਰਾ ਹੋਊਗਾ ਡਿਸਕ੍ਰਿਸ਼ਨਰੀ ਮੈਜਰਸ। ਸੋ ਬਿਲਟ ਇਨ ਸਟੈਬਲਾਈਜ਼ਰ ਦਾ ਮਤਲਬ ਉਹ ਫਿਸਕਲ ਪੈਰਾਮੀਟਰਸ ਜਿਹੜੇ ਆਪਣੇ ਆਪ ਕੰਮ ਕਰਨ, ਇਹਨਾਂ ਨੂੰ ਆਟੋਮੈਟਿਕ ਸਟੈਬਲਾਈਜ਼ਰ ਵੀ ਕਿਹਾ ਜਾਂਦਾ ਹੈ। ਸੋ ਆਟੋਮੈਟਿਕ ਸਟੈਬਲਾਈਜ਼ਰ ਦੇ ਵਿੱਚ ਕੀ ਕਰਨਾ ਹੈ? ਪ੍ਰੋਗਰੈਸਿਵ ਟੈਕਸੇਸ਼ਨ ਲਗਾ ਦਿਓ। ਪ੍ਰੋਗਰੈਸਿਵ ਟੈਕਸੇਸ਼ਨ ਦਾ ਮਤਲਬ ਰੇਟ ਆਫ ਟੈਕਸੇਸ਼ਨ ਵਧੂਗਾ ਜਿਵੇਂ ਜਿਵੇਂ ਇਨਕਮ ਵਧੂਗੀ। ਸੋ ਜਦੋਂ ਪ੍ਰੋਸਪੈਰਿਟੀ ਦੀ ਸਟੇਜ ਹੈ, ਬੂਮ ਦੀ ਸਟੇਜ ਹੈ, ਇਨਕਮ ਵੱਧ ਹੁੰਦਾ, ਪ੍ਰੋਫਿਟ ਵੱਧ ਹੁੰਦੇ ਨੇ, ਇਸ ਕਰਕੇ ਪ੍ਰੋਗਰੈਸਿਵ ਟੈਕਸੇਸ਼ਨ ਤੁਸੀਂ ਲਗਾ ਸਕਦੇ ਹੋ। ਪ੍ਰੋਗਰੈਸਿਵ ਟੈਕਸੇਸ਼ਨ ਲੱਗੂਗੀ ਮਤਲਬ ਲੋਕਾਂ ਦੇ ਹੱਥਾਂ 'ਚ ਪੈਸਾ ਘਟੂਗਾ ਅਤੇ ਇਨਫਲੇਸ਼ਨ ਰੋਕ ਸਕਦੇ ਹੋ। ਡਿਪਰੈਸ਼ਨ ਦੇ ਟਾਈਮ 'ਤੇ ਸਭ ਕੁਝ ਉਲਟਾ ਕਰ ਲੈਣਾ ਹੈ ਤੁਸੀਂ, ਠੀਕ ਹੈ। ਅਨਇੰਪਲੋਇਮੈਂਟ ਇੰਸ਼ੋਰੈਂਸ, ਬੇਰੁਜ਼ਗਾਰੀ
ਭੱਤਾ ਦੇਣਾ ਹੈ। ਪੀਰੀਅਡ ਆਫ ਪ੍ਰੋਸਪੈਰਿਟੀ ਦੇ ਵਿੱਚ ਬੇਰੁਜ਼ਗਾਰੀ ਫੰਡ ਹੈ ਜਿਹੜਾ ਉਹ ਵਧਾਉਣਾ ਪਊਗਾ, ਲੋਕਾਂ ਨੂੰ ਰਿਲੀਫ ਦੇਣੀ ਹੈ ਇਨ ਫਾਰਮ ਆਫ ਅਨਇੰਪਲੋਇਮੈਂਟ ਫੰਡ। ਡਿਪਰੈਸ਼ਨ ਦੇ ਟਾਈਮ ਦੇ ਵਿੱਚ ਅਨਇੰਪਲੋਇਮੈਂਟ ਫੰਡ ਹੈ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਤੁਹਾਨੂੰ ਅਨਇੰਪਲੋਇਮੈਂਟ ਰਿਲੀਫ ਦੇਣਾ ਪੈਂਦਾ ਹੈ। ਐਕਸਪੈਂਸ਼ਨ ਐਂਡ ਕੰਟਰੈਕਸ਼ਨ ਆਫ ਅਨਇੰਪਲੋਇਮੈਂਟ, ਜਦੋਂ ਵੀ ਜਿਹੜੀ ਬੇਰੁਜ਼ਗਾਰੀ ਘਟਦੀ ਜਾਂ ਵੱਧਦੀ ਹੈ ਪੀਰੀਅਡ ਆਫ ਇਨਫਲੇਸ਼ਨ ਅਤੇ ਡਿਫਲੇਸ਼ਨ ਦੇ ਵਿੱਚ, ਤਾਂ ਉਸ ਟਾਈਮ ਦੇ ਵਿੱਚ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਪਰਚੇਜ਼ਿੰਗ ਪਾਵਰ ਹੈ ਜਿਹੜੀ ਉਹ ਵਧਾਉਣੀ ਹੋਊਗੀ, ਠੀਕ ਹੈ। ਜਦੋਂ ਡਿਫਲੇਸ਼ਨ ਹੋਊਗੀ, ਜਦੋਂ ਇਨਫਲੇਸ਼ਨ ਆ ਉਦੋਂ ਪਰਚੇਜ਼ਿੰਗ ਪਾਵਰ ਨੂੰ ਘਟਾਉਣਾ ਹੋਊਗਾ। ਨੈਕਸਟ ਹੈ ਡਿਸਕ੍ਰਿਸ਼ਨਰੀ ਮੈਜਰਸ। ਡਿਸਕ੍ਰਿਸ਼ਨ ਹੁੰਦੀ ਆਪਦੀ ਮਰਜ਼ੀ ਦੇ ਨਾਲ ਸਰਕਾਰ ਕੀ ਕਰ ਸਕਦੀ ਹੈ, ਆਪਦੀ ਟੈਕਸੇਸ਼ਨ ਪਾਲਿਸੀ ਨੂੰ ਕਿੱਦਾਂ ਚੇਂਜ ਕਰਨਾ ਹੈ, ਪਬਲਿਕ ਐਕਸਪੈਂਡੀਚਰ ਕਿਹੋ ਜਿਹਾ ਹੋਣਾ ਚਾਹੀਦਾ, ਪਬਲਿਕ ਡੈਟ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸਰਕਾਰ ਪਬਲਿਕ ਐਕਸਪੈਂਡੀਚਰ ਇਸ ਤਰ੍ਹਾਂ ਨਾਲ ਕਰੇ ਕਿ ਟੈਕਸ ਸਟਰਕਚਰ ਸੇਮ ਰਹੇ, ਫਿਰ ਟੈਕਸ ਸਟਰਕਚਰ ਨੂੰ ਚੇਂਜ ਕਰਨਾ ਹੈ, ਉਹਦੇ 'ਚ ਪਬਲਿਕ ਐਕਸਪੈਂਡੀਚਰ ਸੇਮ ਰਹਿਣਾ ਚਾਹੀਦਾ ਹੈ, ਜਾਂ ਟੈਕਸ ਸਟਰਕਚਰ ਵੀ ਬਦਲ ਦਿਓ, ਪਬਲਿਕ ਐਕਸਪੈਂਡੀਚਰ ਦੋਨੋਂ ਹੀ ਬਦਲ ਲਓ। ਜਿਹੜੇ ਪਹਿਲੀ ਕੈਟੇਗਰੀ ਆਫ ਮੈਜਰਸ ਨੇ ਜਿੱਥੇ ਤੁਸੀਂ ਸਿਰਫ ਟੈਕਸ ਸਟਰਕਚਰ ਨੂੰ ਕੌਨਸਟੈਂਟ ਰੱਖਦੇ ਹੋ, ਇਹ ਡਿਪਰੈਸ਼ਨ ਦੇ ਟਾਈਮ ਦੇ ਉੱਤੇ ਕੀਤੇ ਜਾਂਦੇ ਨੇ। ਜਦੋਂ ਤੁਸੀਂ ਸੈਕਿੰਡ ਟਾਈਪ ਆਫ ਮੈਜਰ ਪਬਲਿਕ ਐਕਸਪੈਂਡੀਚਰ ਨੂੰ ਕੌਨਸਟੈਂਟ ਰੱਖਣਾ ਹੈ, ਉਹ ਇਨਫਲੇਸ਼ਨ 'ਚ ਕੀਤੇ ਜਾਂਦੇ ਨੇ। ਥਰਡ ਟਾਈਪ ਦੇ ਉਦੋਂ ਕੀਤੇ ਜਾਂਦੇ ਨੇ ਜਦੋਂ ਸਾਈਕਲਿਕ ਚੇਂਜਸ ਹੋ ਰਹੀਆਂ ਨੇ, ਤੁਹਾਨੂੰ ਸਮਝ ਨਹੀਂ ਆ ਰਹੀ ਕਿ ਇਟ ਇਜ਼ ਅ ਪੀਰੀਅਡ ਆਫ ਇਨਫਲੇਸ਼ਨ ਔਰ ਡਿਫਲੇਸ਼ਨ। ਡਾਇਰੈਕਟ ਕੰਟਰੋਲ, ਸਿੱਧਾ ਪ੍ਰਾਈਸ ਕੰਟਰੋਲ ਕਰ ਲੇ ਸਰਕਾਰ। ਇਸੈਂਸ਼ੀਅਲ ਕਮੋਡਿਟੀਜ਼ ਦਾ ਪ੍ਰਾਈਸ ਸਰਕਾਰ ਆਪਦੇ ਹੱਥ 'ਚ ਰੱਖ ਲੇ। ਮਿਨੀਮਮ ਸਪੋਰਟ ਪ੍ਰਾਈਸ ਜਿਵੇਂ MSP ਦੇਣਾ ਹੁੰਦਾ ਹੈ ਫਾਰਮਰਸ ਨੂੰ, ਉਹ ਦੇ ਦੇ, ਜਾਂ ਕੁਆਂਟਿਟੀ ਦੇ ਕੰਟਰੋਲ ਕਰ ਲੇ ਕਿ ਰਾਸ਼ਨ ਸ਼ਾਪਸ ਦੇ ਉੱਤੇ ਆ ਚੀਜ਼ ਮਿਲੂਗੀ, ਰਾਸ਼ਨਿੰਗ ਪਾਲਿਸੀ, ਜਾਂ ਲਾਇਸੈਂਸਿੰਗ ਦੇ ਥਰੂ ਚੀਜ਼ ਵੇਚ ਸਕਦੇ ਹੋ, ਠੀਕ ਹੈ। ਵੇਜ ਕੰਟਰੋਲ ਕਰ ਲਓ, ਮਤਲਬ ਵੇਜਸ ਨੂੰ ਰੈਗੂਲੇਟ ਕਰ ਲਓ, ਇਨਕਮ ਨੂੰ ਰੈਗੂਲੇਟ ਕਰ ਲਓ ਇਨ ਦ ਪੀਰੀਅਡ ਆਫ ਇਨਫਲੇਸ਼ਨ ਐਂਡ ਡਿਫਲੇਸ਼ਨ। ਇਨ ਸ਼ਾਰਟ, ਟ੍ਰੇਡ ਸਾਈਕਲਸ ਨੂੰ ਕੰਟਰੋਲ ਕਰਨਾ ਕੰਪਲੈਕਸ ਪ੍ਰੋਬਲਮ ਹੈ। ਇਹਨੂੰ ਟੈਕਲ ਕਰਨ ਵਾਸਤੇ ਐਪਰੋਪਰੀਏਟ ਮੋਨੇਟਰੀ ਫਿਸਕਲ ਦੇ ਡਾਇਰੈਕਟ ਕੰਟਰੋਲ ਪਾਲਿਸੀਜ਼ ਲਗਾਉਣੀਆਂ ਪੈਣਗੀਆਂ, ਠੀਕ ਹੈ ਬੇਟਾ। ਸੋ ਦਿਸ ਟ੍ਰੇਡ ਸਾਈਕਲ ਚੈਪਟਰ ਇਜ਼ ਵੈਰੀ ਈਜ਼ੀ ਚੈਪਟਰ। ਅਗਰ ਪੇਪਰ 'ਚ ਕੁਐਸਚਨ ਟ੍ਰੇਡ ਸਾਈਕਲ ਦੇ ਫੇਜ਼ਸ ਦੇ ਉੱਤੇ ਆਉਂਦਾ ਅਤੇ ਇਨਫਲੇਸ਼ਨ 'ਚ ਆਉਂਦਾ ਤਾਂ ਟਰਾਈ ਟੂ ਡੂ ਦਿਸ ਟ੍ਰੇਡ ਸਾਈਕਲਸ, ਠੀਕ ਹੈ। ਸੋ ਆਊਟ ਆਫ this, so we have done inflation and trade cycles. So out of monetary or fiscal policy we are going to do one policy, क्योंकि पेपर 'ਚ कदे नहीं होगा कि दोनों policies ਦੇ ਉੱਤੇ question आ जाए, किसी एक policy ਦੇ ਉੱਤੇ question ਆਊਗਾ। so you have to learn one policy out of these two, ठीक है बेटा। so tomorrow we'll take up next chapter and this is the last chapter in your syllabus. so till then, goodbye beta, have a nice time.